हाँ जी दोस्तों, स्वागत है ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਇਸ ਕਲਾਸ ਦੇ ਵਿੱਚ ਅੱਜ ਅਸੀਂ ਪੰਜਾਬੀ ਪੈਡਾਗੋਜੀ ਦਾ ਭਾਸ਼ਾ ਕੌਸ਼ਲ ਵਾਲਾ ਟੌਪਿਕ ਸਟਾਰਟ ਕੀਤਾ ਹੋਇਆ ਹੈ ਅਤੇ ਇਸ ਦੇ ਵਿੱਚ ਅਸੀਂ ਸਮਝਾਂਗੇ ਪਹਿਲੀ ਜਾਂ ਕਹਿ ਲਓ ਮੁੱਢਲੀ ਭਾਸ਼ਾ ਕੌਸ਼ਲ, ਸੁਣਨ ਅਤੇ ਸਮਝਣ ਕੌਸ਼ਲ, ਯਾਨੀ ਕਿ ਲਿਸਨਿੰਗ ਸਕਿੱਲ ਹੈ ਜੋ, ਇਸ ਨੂੰ ਅਸੀਂ ਡਿਟੇਲ ਦੇ ਵਿੱਚ ਸਮਝਾਂਗੇ। ਇਸ ਦੇ ਰਿਲੇਟਡ ਜੋ ਵੀ ਪੁਆਇੰਟਸ ਨੇ ਉਹ ਸਾਰੇ ਡਿਸਕਸ ਕਰਾਂਗੇ ਪੂਰਾ ਵਿਸਥਾਰ ਦੇ ਵਿੱਚ। ਕਲਾਸ ਨਿੱਕੀ ਜਿਹੀ ਹੋਏਗੀ ਪਰ ਇਨਫੋਰਮੇਟਿਵ ਇੰਨੀ ਜ਼ਿਆਦਾ ਹੈ ਵੀ ਤੁਹਾਡੇ ਕੁਝ ਨੰਬਰ ਇਹ ਪੱਕੇ ਕਰ ਦੇਵੇਗੀ। ਹਾਂਜੀ, ਸਟਾਰਟ ਕਰਨ ਜਾ ਰਹੇ ਹਾਂ ਸੁਣਨ ਅਤੇ ਸਮਝਣ ਕੌਸ਼ਲ। ਤਾਂ ਦੇਖੋ ਜੀ, ਇਸ ਤੋਂ ਪਹਿਲਾਂ ਅਸੀਂ ਨੇ 4 ਭਾਸ਼ਾ ਕੌਸ਼ਲਾਂ ਨੂੰ ਸਮਝਿਆ ਸੀ। ਸੁਣਨ ਅਤੇ ਸਮਝਣ ਕੌਸ਼ਲ ਯਾਨੀ ਕਿ ਲਿਸਨਿੰਗ ਸਕਿੱਲ, ਅਤੇ ਬੋਲਣ ਬੋਲਚਾਲ ਜਾਂ ਮੌਖਿਕ ਕੌਸ਼ਲ, ਅਤੇ ਨੰਬਰ 3 ਪੜ੍ਹਨ ਕੌਸ਼ਲ, ਵਾਚਨ ਕੌਸ਼ਲ ਜਾਂ ਫਿਰ ਅਤੇ ਚੌਥੀ ਸੀ ਲਿਖਣ ਕੌਸ਼ਲ। ਤਾਂ ਇਹ 4 ਕੌਸ਼ਲਸ ਨੂੰ ਸਮਝਿਆ ਸੀ ਆਪਾਂ ਨੇ। ਤਾਂ ਇਹਨਾਂ ਦੇ ਵਿੱਚ ਕੀ ਸੀਗਾ, ਇਹਨਾਂ ਦੀ ਇੱਕ ਸੀਰੀਜ਼ ਹੈ। ਸਭ ਤੋਂ ਪਹਿਲਾਂ ਸੁਣਨ ਕੌਸ਼ਲ ਵਿਕਸਿਤ ਹੁੰਦੀ ਹੈ, ਫਿਰ ਬੋਲਣ ਕੌਸ਼ਲ, ਫਿਰ ਪੜ੍ਹਨ ਕੌਸ਼ਲ ਅਤੇ ਫਿਰ ਲਿਖਣ ਕੌਸ਼ਲ। ਇਹ ਇੱਕ ਸੀਰੀਜ਼ ਦੇ ਵਿੱਚ ਜਾਂ ਕਹਿ ਲਓ ਇੱਕ ਤੋਂ ਬਾਅਦ ਇੱਕ ਵਿਕਸਿਤ ਹੁੰਦੀਆਂ ਨੇ ਇਹ, ਠੀਕ ਹੈ ਜੀ। ਤਾਂ ਇਸ ਦੇ ਵਿੱਚ ਆਪਾਂ ਸਭ ਤੋਂ ਜੋ ਮੁੱਢਲੀ ਸਕਿੱਲ ਹੈ, ਜੋ ਕਹਿ ਲਓ ਆਪਾਂ ਕਹਿ ਸਕਦੇ ਹਾਂ ਕਿ ਮੁੱਢਲੀ ਕੌਸ਼ਲ ਹੈ, ਇਹ ਹੈ ਜੀ ਸੁਣਨ ਅਤੇ ਸਮਝਣ ਕੌਸ਼ਲ। ਇਹਨੂੰ ਆਪਾਂ ਪਹਿਲੀ ਕੌਸ਼ਲ ਵੀ ਕਹਿ ਸਕਦੇ ਹਾਂ, ਠੀਕ ਹੈ ਜੀ। ਤਾਂ ਇਸ ਦਾ ਅਰਥ ਕੀ ਹੈਗਾ ਕਿ ਅਰਥ ਸਮਝਣਾ, ਠੀਕ ਹੈ ਜੀ। ਕੋਈ ਵੀ ਧੁਨੀ ਸੀ, ਉਸ ਧੁਨੀ ਨੂੰ ਆਪਾਂ ਨੇ ਗ੍ਰਹਿਣ ਕੀਤਾ ਅਤੇ ਉਸ ਨੂੰ ਸਮਝਿਆ, ਤਾਂ ਇਹ ਕੀ ਹੈ, ਸੁਣਨ ਕੌਸ਼ਲ ਹੈ। ਜਦੋਂ ਕਿਸੇ ਦੇ ਵਿੱਚ ਕੋਈ ਧੁਨੀ ਨੂੰ ਸੁਣਨ ਦੀ, ਉਸ ਨੂੰ ਸਮਝਣ ਦੀ ਜਾਂਚ ਆ ਗਈ ਉਸਨੂੰ, ਤਾਂ ਆਪਾਂ ਕਹਿ ਦਿੰਦੇ ਵੀ ਉਸ ਦੀ ਸੁਣਨ ਕੌਸ਼ਲ ਵਿਕਸਿਤ ਹੋ ਗਈ। ਤਾਂ ਦੇਖੋ ਜੀ, ਇਸ ਦਾ ਮੀਨਿੰਗ ਹੋਏਗਾ ਅਰਥ ਸਮਝਣਾ। ਇਹ ਇੱਕ ਸਮੈਂਟਿਕ ਅਸਪੈਕਟ ਹੈ, ਠੀਕ ਹੈ ਜੀ। ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਪਹਿਲੀ ਕੌਸ਼ਲ ਹੈ, ਮੁੱਢਲੀ ਕੌਸ਼ਲ ਹੈ। ਭਾਸ਼ਾ ਸਿੱਖਿਆ ਦਾ ਜਿਹੜਾ ਪਹਿਲਾ ਪੜਾਅ ਹੈ ਉਹ ਸੁਣ ਕੇ ਸਮਝਣਾ ਹੈ। ਇਸ ਨੂੰ ਸੁਣਨ ਜਾਂ ਸਮਝਣ ਕੌਸ਼ਲ ਵੀ ਕਿਹਾ ਜਾਂਦਾ ਹੈ, ਠੀਕ ਹੈ ਜੀ। ਕਿਸੇ ਵੀ ਭਾਸ਼ਾ ਨੂੰ ਆਪਾਂ ਨੇ ਸਿੱਖਣਾ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਉਸ ਨੂੰ ਸੁਣਨਾ ਆਉਣਾ ਪਵੇਗਾ। ਸੁਣਨਾ ਦਾ ਮਤਲਬ ਆਪਾਂ ਉਸ ਨੂੰ ਸੁਣਾਂਗੇ, ਉਸ ਨੂੰ ਸਮਝਾਂਗੇ, ਠੀਕ ਹੈ ਜੀ। ਫਿਰ ਆਪਾਂ ਬੋਲਣਾ ਸਿੱਖਾਂਗੇ, ਪੜ੍ਹਨਾ ਸਿੱਖਾਂਗੇ, ਲਿਖਣਾ ਸਿੱਖਾਂਗੇ। ਤਾਂ ਇਸ ਤਰੀਕੇ ਨਾਲ ਕਿਸੇ ਵੀ ਭਾਸ਼ਾ ਦੇ 'ਚ ਜੋ ਮੁੱਢਲਾ ਪੜਾਅ ਹੋਏਗਾ ਉਹ ਸੁਣਨਾ ਆਏਗਾ, ਠੀਕ ਹੈ ਜੀ। ਸੁਣ ਕੇ ਸਮਝਣਾ ਹੈ। ਇਸ ਤੋਂ ਬਾਅਦ ਹੈ ਜੀ ਕਿਸੇ ਦੁਆਰਾ ਉਚਾਰੀਆਂ ਗਈਆਂ ਧੁਨੀਆਂ, ਸ਼ਬਦਾਂ ਅਤੇ ਵਿਚਾਰਾਂ ਨੂੰ ਕੰਨ ਨਾਲ ਗ੍ਰਹਿਣ ਕਰਕੇ ਅਰਥ ਸਮਝਣ ਦੀ ਕੋਸ਼ਿਸ਼ ਕਰਨਾ। ਸਿਰਫ ਸੁਣ ਲੈਣਾ ਇਹ ਕੌਸ਼ਲ ਦਾ ਭਾਗ ਨਹੀਂ ਹੈਗਾ। ਇਸ ਦੇ ਵਿੱਚ ਸੁਣ ਕੇ ਸਮਝਣਾ ਦੋਨੇ ਚੀਜ਼ਾਂ ਸ਼ਾਮਲ ਨੇ। ਮਤਲਬ ਕਿ ਕੰਨਾਂ ਦੇ ਰਾਹੀਂ ਆਪਾਂ ਨੇ ਧੁਨੀਆਂ ਨੂੰ ਗ੍ਰਹਿਣ ਕੀਤਾ ਅਤੇ ਫਿਰ ਉਹਨਾਂ ਦੇ ਅਰਥ ਸਮਝਣ ਦੀ ਕੋਸ਼ਿਸ਼ ਕੀਤੀ। ਤਾਂ ਉਸ ਸਮੇਂ ਆਪਾਂ ਕਿਹੜੀ ਕੌਸ਼ਲ ਯੂਜ਼ ਕਰ ਰਹੇ ਹਾਂ, ਆਪਣੀ ਲਿਸਨਿੰਗ ਸਕਿੱਲ ਯਾਨੀ ਕਿ ਸੁਣਨ ਕੌਸ਼ਲ ਨੂੰ ਆਪਾਂ ਵਰਤ ਰਹੇ ਹਾਂ। ਵਕਤਾ ਦੁਆਰਾ ਬੋਲੇ ਗਏ ਸ਼ਬਦਾਂ ਨੂੰ ਉਹਨਾਂ ਅਰਥਾਂ ਵਿੱਚ ਹੀ ਸਮਝਣਾ ਅਸਲੀ ਕੌਸ਼ਲ ਹੈ। ਮਤਲਬ ਕਿ ਸਾਹਮਣੇ ਵਾਲਾ ਜੋ ਬੋਲਣ ਵਾਲਾ, ਜਿਸ ਨੂੰ ਆਪਾਂ ਸੁਣ ਰਹੇ ਹਾਂ, ਉਹ ਕਿਹੜੇ ਅਰਥ ਕਹਿ ਰਿਹਾ ਹੈ। ਮਤਲਬ ਕੋਈ ਵੀ ਗੱਲ ਕਹਿ ਰਿਹਾ ਹੈ, ਕੋਈ ਵੀ ਸ਼ਬਦ ਬੋਲ ਰਿਹਾ ਹੈ, ਵਾਕ ਬੋਲ ਰਿਹਾ ਹੈ, ਕਿੰਨਾ ਅਰਥਾਂ ਦੇ ਵਿੱਚ ਬੋਲ ਰਿਹਾ ਹੈ, ਇਸ ਚੀਜ਼ ਨੂੰ ਸਮਝਣਾ ਇੰਪੋਰਟੈਂਟ ਹੁੰਦਾ ਹੈ। ਅਸਲੀ ਅਰਥ ਇਸ ਦਾ ਇਹ ਹੁੰਦਾ ਹੈ। ਇਹ ਕੌਸ਼ਲ ਬਾਕੀ ਕੌਸ਼ਲਾਂ ਦਾ ਆਧਾਰ ਹੈ। ਮਤਲਬ ਕਿ ਜੇਕਰ ਤੁਸੀਂ ਨੇ ਲਿਖਣਾ, ਪੜ੍ਹਨਾ, ਬੋਲਣਾ ਸਿੱਖਣਾ ਕਿਸੇ ਭਾਸ਼ਾ ਨੂੰ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸੁਣਨਾ ਅਤੇ ਸਮਝਣਾ ਆਉਣਾ ਚਾਹੀਦਾ ਹੈ। ਤਾਂ ਇਹ ਕੌਸ਼ਲ ਕੀ ਹੈ, ਬਾਕੀ ਕੌਸ਼ਲਾਂ ਦਾ ਆਧਾਰ ਹੈ। ਪਹਿਲਾਂ ਇਹ ਕੌਸ਼ਲ ਵਿਕਸਿਤ ਹੋਏਗੀ, ਫਿਰ ਬਾਕੀ ਦੀਆਂ ਕੌਸ਼ਲਾਂ ਇਸ ਦੇ ਉੱਪਰ ਵਿਕਸਿਤ ਹੁੰਦੀਆਂ ਚਲੀਆਂ ਜਾਣਗੀਆਂ। ਇਸ ਤੋਂ ਬਾਅਦ ਹੈ ਜੀ ਆਵਾਜ਼ ਦਾ ਉਤਰਾਅ ਚੜਾਅ ਸਮਝਣਾ ਇਸ ਵਿੱਚ ਸ਼ਾਮਲ ਹੁੰਦਾ ਹੈ। ਕਹਿਣ ਦਾ ਭਾਵ ਕੀ ਹੈ ਵੀ ਵਕਤਾ ਜੋ ਬੋਲਣ ਵਾਲਾ ਹੈ ਨਾ, ਉਸ ਦੇ ਉਤਰਾਅ ਨੂੰ ਉਹ ਉੱਚੀ ਬੋਲ ਰਿਹਾ ਹੈ, ਹੌਲੀ ਬੋਲ ਰਿਹਾ ਹੈ, ਰੁਕ ਕੇ ਬੋਲ ਰਿਹਾ ਹੈ ਨਾ, ਇੱਕਦਮ ਬੋਲ ਰਿਹਾ ਹੈ। ਤਾਂ ਇਸ ਚੀਜ਼ ਨੂੰ ਸਮਝਣਾ ਇਹ ਕੀ ਹੈ, ਅਸਲੀ ਸੁਣਨ ਕੌਸ਼ਲ ਹੈ। ਇਸ ਕੌਸ਼ਲ ਦੇ ਵਿੱਚ ਅਰੋਗ ਕੰਨ, ਮਤਲਬ ਕਿ ਕੁਝ ਰਿਕੁਆਇਰਮੈਂਟਸ ਨੇ, ਕੁਝ ਜ਼ਰੂਰਤਾਂ ਨੇ ਜੋ ਇਸ ਦੇ ਵਿੱਚ ਆਪਾਂ ਨੂੰ ਹੋਣੀ ਚਾਹੀਦੀਆਂ ਨੇ। ਮਤਲਬ ਕਿ ਜਿਹੜੇ ਕੰਨ ਨੇ ਉਹ ਆਪਣੇ ਅਰੋਗ ਹੋਣੇ ਚਾਹੀਦੇ ਨੇ। ਜਿਹੜੀ ਸਮੱਗਰੀ ਉਹ ਰੌਚਕ ਹੋਣੀ ਚਾਹੀਦੀ ਹੈ। ਜਦੋਂ ਕੋਈ ਵੀ ਸਮੱਗਰੀ ਰੌਚਕ ਹੁੰਦੀ ਹੈ ਤਾਂ ਆਪਾਂ ਉਸ ਨੂੰ ਧਿਆਨ ਨਾਲ ਸੁਣਦੇ ਹਾਂ, ਠੀਕ ਹੈ ਜੀ। ਰੌਚਕ ਆਵਾਜ਼ ਹੋਣੀ ਚਾਹੀਦੀ ਹੈ ਅਤੇ ਇਸ ਦੇ ਵਿੱਚ ਰੌਚਕ ਆਵਾਜ਼ ਹੋਏਗੀ, ਰੌਚਕ ਸਮੱਗਰੀ ਹੋਏਗੀ ਅਤੇ ਅਰੋਗ ਕੰਨ ਹੋਣਗੇ, ਤਾਂ ਇਹ ਕੌਸ਼ਲ ਨੂੰ ਵਿਕਸਿਤ ਹੋ ਸਕੇਗੀ, ਠੀਕ ਹੈ। ਇਹ ਵੀ ਨਾ ਹੋਵੇ ਵੀ ਆਪਾਂ ਸਮੱਗਰੀ ਵਰਤ ਰਹੇ ਹਾਂ, ਆਪਾਂ ਵਧੀਆ ਤੋਂ ਵਧੀਆ ਕਹਿ ਸਕਦੇ ਹਾਂ ਵੀ ਆਡੀਓ ਵਾਲੇ ਕਹਿ ਸਕਦੇ ਹਾਂ, ਆਪਾਂ ਸਮੱਗਰੀ ਇਕੱਠੀ ਕਰ ਰਹੇ ਹਾਂ ਵੀ ਕਿਸੇ ਵਿਦਿਆਰਥੀ ਨੂੰ ਉਹਦੀ ਸੁਣਨ ਕੌਸ਼ਲ ਨੂੰ ਵਿਕਸਿਤ ਕਰਨ ਦੇ ਲਈ ਆਪਾਂ ਵਧੀਆ ਆਵਾਜ਼ ਵਰਤ ਰਹੇ ਹਾਂ, ਪਰ ਹੋ ਸਕਦਾ ਉਸ ਦੇ ਕੰਨ ਵਿੱਚ ਕੋਈ ਖਰਾਬੀ ਹੋਵੇ। ਤਾਂ ਇਸ ਕਰਕੇ ਅਰੋਗ ਕੰਨ ਇਸ ਦੀ ਕੀ ਹੈ, ਮੁੱਢਲੀ ਲੋੜ ਹੈ, ਠੀਕ ਹੈ ਜੀ। ਅਤੇ ਇੱਕ ਇੱਥੇ ਦੇਖੋ ਰੌਚਕ ਆਵਾਜ਼ ਯਾਨੀ ਕਿ ਤਾੜੀ। ਕਈ ਵਾਰ ਕੀ ਹੁੰਦਾ ਹੈ, ਵਕਤਾ ਕੀ ਕਰਦਾ ਵੀ ਆਪਣਾ ਧਿਆਨ, ਦੂਸਰਿਆਂ ਦਾ ਧਿਆਨ ਖਿੱਚਣ ਦੇ ਲਈ ਆਪਣੇ ਵੱਲ, ਉਹ ਆਪਣੀ ਗੱਲ ਕਹਿਣ ਤੋਂ ਪਹਿਲਾਂ ਕਈ ਵਾਰ ਤਾੜੀ ਵਜਾਣੀ, ਇੱਕਦਮ ਉੱਚੀ ਬੋਲ ਦੇਣਾ, ਹੈ ਨਾ। ਇਸ ਤਰ੍ਹਾਂ ਕੀ ਹੁੰਦਾ ਵੀ ਉਹ ਆਪਣੀ ਆਵਾਜ਼
ਸੁਣਾਉਣ ਦੇ ਲਈ ਲੋਕਾਂ ਨੂੰ ਪਹਿਲਾਂ ਉਹਨਾਂ ਦਾ ਧਿਆਨ ਖਿੱਚਦਾ ਹੈ। ਠੀਕ ਹੈ ਜੀ, ਇਸ ਤਰ੍ਹਾਂ ਇਹ ਕੀ ਹੈ, ਉਸ ਦੀ ਆਵਾਜ਼ ਜਿਹੜੀ ਰੌਚਕ ਬਣ ਜਾਂਦੀ ਹੈ। ਠੀਕ ਹੈ, ਆਪਾਂ ਕਈ ਵਾਰ ਕੀ ਕਰਦੇ ਹਾਂ, ਬੱਚੇ ਨੂੰ ਆਪਣੇ ਕੋਲ ਬੁਲਾਉਣਾ ਹੈ ਤਾਂ ਆਪਾਂ ਕੀ ਕਰਦੇ ਹਾਂ, ਤਾੜੀ ਮਾਰ ਕੇ ਉਸ ਦਾ ਧਿਆਨ ਆਪਣੇ ਵੱਲ ਖਿੱਚਦੇ ਹਾਂ, ਤਾਂ ਕਿ ਤਾੜੀ ਮਾਰਾਂਗੇ ਇੱਕਦਮ ਉਸ ਨੂੰ ਆਵਾਜ਼ ਉਸ ਦੀ ਜਿਹੜੀ ਤਾੜੀ ਦੀ ਧੁਨੀ ਹੈ ਉਹ ਉਸ ਦੇ ਕੰਨ 'ਚ ਐਂਟਰ ਕਰੇਗੀ, ਤਾਂ ਉਹ ਦਾ ਧਿਆਨ ਆਪਣੇ ਵੱਲ ਆਏਗਾ, ਹੈ ਨਾ। ਤਾਂ ਇਸ ਤਰੀਕੇ ਨਾਲ ਸੁਣਨ ਕੌਸ਼ਲ ਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ। ਇਸ ਤੋਂ ਬਾਅਦ ਹੈ ਜੀ, ਜੇਕਰ ਸੁਣਨ ਨੂੰ ਨਾ ਮਿਲੇ, ਜੇਕਰ ਸੁਣਨ ਨੂੰ ਨਾ ਮਿਲੇ ਤਾਂ ਉਸ ਦੀ ਬੋਲਣ ਕੌਸ਼ਲ ਵੀ ਵਿਕਸਿਤ ਨਹੀਂ ਹੋਵੇਗੀ। ਤਾਂ ਬੱਚੇ ਦੀਆਂ ਉਦਾਹਰਨਾਂ ਲੈ ਲਓ, ਹੋ ਸਕਦਾ ਹੈ ਵੀ ਕਿਸੇ ਬੱਚੇ ਨੂੰ ਕੀ ਹੋਵੇ, ਸੁਣਨ ਨੂੰ ਨਹੀਂ ਮਿਲਿਆ, ਹੈ ਨਾ, ਤਾਂ ਉਸ ਦੀ ਬੋਲਣ ਕੌਸ਼ਲ ਵੀ ਕੀ ਹੁੰਦੀ ਹੈ, ਕਈ ਵਾਰ ਵਿਕਸਿਤ ਨਹੀਂ ਹੁੰਦੀ। ਫੋਰ ਐਗਜ਼ਾਮਪਲ, ਜੋ ਬੱਚਾ ਬੋਲ ਨਹੀਂ ਸਕਦਾ, ਹੋ ਸਕਦਾ ਉਹ ਸੁਣ ਵੀ ਨਾ ਸਕਦਾ ਹੋਵੇ। ਜ਼ਿਆਦਾਤਰ ਕੇਸਿਸ ਇਸ ਤਰ੍ਹਾਂ ਦੇ ਹੁੰਦੇ ਨੇ। ਅਤੇ ਇੱਕ ਗੱਲ ਹੋਰ, ਆਪਾਂ ਕਹਿੰਦੇ ਨੇ ਮਾਤ ਭਾਸ਼ਾ ਬੱਚਾ ਸਿੱਖ ਜਾਂਦਾ ਈਜ਼ੀਲੀ, ਕਿਉਂਕਿ ਮਾਤ ਭਾਸ਼ਾ ਨੂੰ ਉਹ ਸੁਣਦਾ ਹੈ। ਮਾਤ ਭਾਸ਼ਾ ਨੂੰ ਉਹ ਲਿਖਣਾ ਵੀ ਸਿੱਖ ਲਏਗਾ, ਪੜ੍ਹਨਾ ਵੀ ਸਿੱਖ ਲਏਗਾ, ਬੋਲਣਾ ਵੀ ਸਿੱਖ ਲਏਗਾ। ਕਿਉਂ? ਕਿਉਂਕਿ ਉਸਨੇ ਉਹ ਚੀਜ਼ ਪਹਿਲਾਂ ਸੁਣੀ ਹੈ। ਹੋਰ ਭਾਸ਼ਾਵਾਂ ਉਸ ਨੂੰ ਸਿੱਖਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਕਿਉਂ? ਕਿਉਂਕਿ ਉਹ ਭਾਸ਼ਾਵਾਂ ਉਸਨੇ ਸੁਣੀਆਂ ਨਹੀਂ। ਮਾਤ ਭਾਸ਼ਾ ਨੂੰ ਉਸਨੇ ਆਪਣੇ ਪਰਿਵਾਰ 'ਚ, ਸੁਸਾਇਟੀ 'ਚ ਸੁਣੇ ਹੈ ਤਾਂ ਉਹ ਆਟੋਮੈਟਿਕਲੀ ਬੋਲਣਾ ਵੀ ਸਿੱਖ ਗਿਆ। ਤਾਂ ਹੀ ਤਾਂ ਹੁੰਦਾ ਵੀ ਮਾਤ ਭਾਸ਼ਾ ਬਿਨਾਂ ਕਿਸੇ ਸਕੂਲ 'ਚ ਜਾਏ, ਇੰਸਟੀਟਿਊਟ 'ਚ ਜਾਏ ਆਪਾਂ ਬੋਲਣੀ ਸਿੱਖ ਜਾਂਦੇ ਹਾਂ, ਕਿਉਂਕਿ ਉਹ ਆਪਣੀ ਸੁਣੀ ਹੈ। ਤਾਂ ਕੋਈ ਵੀ ਚੀਜ਼ ਜਿਹੜੀ ਆਪਾਂ ਸੁਣ ਲੈਂਦੇ ਹਾਂ, ਫਿਰ ਆਪਾਂ ਉਸ ਨੂੰ ਬੋਲਣਾ ਵੀ ਸਿੱਖ ਜਾਂਦੇ ਹਾਂ। ਸੁਣਨ ਕੌਸ਼ਲ ਅਤੇ ਜਿਹੜੀ ਸਮਝਣ ਕੌਸ਼ਲ ਹੈ, ਇਸ ਦੀ ਭਾਸ਼ਾ ਸਿੱਖਿਆ ਦੇ ਵਿੱਚ ਕੀ ਮਹੱਤਤਾ ਹੈ, ਹੁਣ ਆਪਾਂ ਇਸ ਨੂੰ ਸਮਝਣਾ ਹੈਗਾ। ਤਾਂ ਇਸ ਪੁਆਇੰਟ ਨੂੰ ਦੇਖੋ ਜੀ, ਧਿਆਨ ਨਾਲ ਸਮਝੋ ਕਿ ਜਿਹੜਾ ਆਪਾਂ ਗੱਲ ਕਰਦੇ ਹਾਂ, ਦੇਖੋ ਪਹਿਲੀ ਮੁੱਢਲੀ ਕੌਸ਼ਲ ਦੀ ਗੱਲ ਕੀਤੀ ਆਪਾਂ ਨੇ, ਸੁਣਨ ਅਤੇ ਸਮਝਣ ਕੌਸ਼ਲ ਦੀ। ਭਾਸ਼ਾ ਦੀ ਸਿੱਖਿਆ ਜਿਹੜੀ, ਕੋਈ ਵੀ ਆਪਾਂ ਲੈਂਗੁਏਜ ਟੀਚ ਕਰਦੇ ਹਾਂ, ਲੈਂਗੁਏਜ ਲਰਨਿੰਗ ਦੇ ਵਿੱਚ ਇਸ ਦੀ ਕੀ ਇੰਪੋਰਟੈਂਸ ਹੈ, ਇਹਨੂੰ ਆਪਾਂ ਨੇ ਸਮਝਣਾ ਹੈਗਾ। ਤਾਂ ਦੇਖੋ ਜੀ, ਅਧਿਆਪਕ ਨੂੰ ਸੁਣਨਾ ਅਤੇ ਸਮਝਣਾ। ਕੋਈ ਵੀ ਵਿਦਿਆਰਥੀ ਹੈ, ਉਹ ਕਲਾਸ ਨੂੰ ਅਟੈਂਡ ਕਰ ਰਿਹਾ ਹੈ, ਠੀਕ ਹੈ, ਤਾਂ ਉਹ ਅਧਿਆਪਕ ਨੂੰ ਸੁਣੇਗਾ, ਅਧਿਆਪਕ ਜੋ ਬੋਲ ਰਿਹਾ ਉਸ ਨੂੰ ਸੁਣੇਗਾ, ਫਿਰ ਉਸ ਨੂੰ ਕਰਨ ਦੀ ਕੋਸ਼ਿਸ਼ ਕਰੇਗਾ, ਫਿਰ ਹੀ ਉਹ ਸਿੱਖ ਸਕੇਗਾ ਨਾ। ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਅਧਿਆਪਕ ਨੂੰ ਸੁਣਨਾ ਪੈਂਦਾ, ਸਮਝਣਾ ਪੈਂਦਾ। ਇਸ ਤਰ੍ਹਾਂ ਭਾਸ਼ਾ ਦੇ ਵਿੱਚ, ਭਾਸ਼ਾ ਸਿੱਖਿਆ ਦੇ ਵਿੱਚ ਸੁਣਨ ਕੌਸ਼ਲ ਦੀ ਵਰਤੋਂ ਹੁੰਦੀ ਹੈ। ਅਨੁਕਰਨ ਕਰਕੇ ਸ਼ਬਦ ਭੰਡਾਰ ਬਣਨਾ, ਮਤਲਬ ਕਿ ਜਿਉਂ-ਜਿਉਂ ਆਪਾਂ ਵੱਧੋ ਵੱਧ ਸ਼ਬਦ ਸੁਣਦੇ ਹਾਂ, ਹੋ ਸਕਦਾ ਆਪਾਂ ਨੇ ਕਿਸੇ ਦੇ ਮੂੰਹੋਂ ਕੋਈ ਸ਼ਬਦ ਸੁਣਿਆ ਸੀ, ਉਹ ਆਪਣੇ ਲਈ ਨਵਾਂ ਸੀ, ਤਾਂ ਉਹ ਸ਼ਬਦ ਨੂੰ ਆਪਾਂ ਆਪਣੇ ਸ਼ਬਦ ਭੰਡਾਰ ਦੇ ਵਿੱਚ ਐਡ ਕਰ ਲੈਂਦੇ ਹਾਂ। ਅਗਲੀ ਵਾਰ ਆਪਾਂ ਉਹਨੂੰ ਬੋਲਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਜੀ, ਇਸ ਤਰ੍ਹਾਂ ਇਸ ਦੇ ਵਿੱਚ ਇਸ ਦੀ ਮਹੱਤਤਾ ਹੈ। ਕਵਿਤਾ ਰਸ ਅਤੇ ਕਹਾਣੀ ਦਾ ਆਨੰਦ, ਕਿਸੇ ਗੀਤ ਦਾ ਆਨੰਦ ਲੈਣਾ ਆਪਾਂ ਨੇ, ਕਿਸੇ ਕਹਾਣੀ ਨੂੰ ਸੁਣਨਾ, ਕਿਸੇ ਕਵਿਤਾ ਨੂੰ ਸੁਣਨਾ, ਤਾਂ ਉਸ ਦੇ ਵਿੱਚ ਵੀ ਆਪਾਂ ਨੂੰ ਸੁਣਨ ਕੌਸ਼ਲ ਦੀ ਆਪਾਂ ਵਰਤੋਂ ਕਰਦੇ ਹਾਂ। ਠੀਕ ਹੈ ਜੀ, ਇਸ ਤਰ੍ਹਾਂ ਸੁਣਨ ਕੌਸ਼ਲ ਦੀ ਇਸ ਦੇ ਵਿੱਚ ਵੀ ਮਹੱਤਤਾ ਹੈਗੀ ਹੈ। ਹੁਣ ਜਿਹੜੇ ਨੂੰ ਆਪਾਂ ਕਹਿਤਾ ਵੀ ਫਲਾਣਾ ਗਾਇਕ ਬਹੁਤ ਸੁਰੀਲਾ ਹੈ, ਹੁਣ ਉਸ ਨੂੰ ਸੁਰੀਲੇ ਦਾ ਕੀ ਇੰਪੋਰਟੈਂਸ ਪਤਾ ਹੋਏਗੀ, ਜਿਹਨੂੰ ਸੁਣਦਾ ਹੀ ਨਹੀਂ। ਤਾਂ ਜਿਸ ਨੂੰ ਸੁਣਦਾ ਉਸੇ ਨੂੰ ਪਤਾ ਹੈ ਉਸ ਦੀ ਇੰਪੋਰਟੈਂਸ, ਫਲਾਣਾ ਸੁਰੀਲਾ ਹੈ, ਇਹ ਕਹਾਣੀ ਬਹੁਤ ਵਧੀਆ ਹੈ, ਇਸ ਕਵਿਤਾ ਦਾ ਰਸ ਆਇਆ, ਇਹ ਸੌਂਗ ਬਹੁਤ ਸੋਹਣਾ ਲੱਗਿਆ, ਕਿਉਂਕਿ ਆਪਾਂ ਨੇ ਸੁਣਿਆ। ਠੀਕ ਹੈ ਜੀ, ਤਾਂ ਇਸ ਕਰਕੇ ਆਪਾਂ ਨੂੰ ਸੁਣਨ ਦੇ ਵਿੱਚ ਕਹਾਣੀ ਦਾ ਆਨੰਦ ਲੈਣ ਲਈ, ਕਵਿਤਾ ਰਸ ਲੈਣ ਲਈ, ਕਿਸੇ ਗੀਤ ਦਾ ਆਨੰਦ ਲੈਣ ਲਈ ਆਪਾਂ ਨੂੰ ਸੁਣਨ ਕੌਸ਼ਲ ਦੀ ਵਰਤੋਂ ਆਪਾਂ ਕਰਦੇ ਹਾਂ। ਬਾਕੀ ਕੌਸ਼ਲਾਂ ਦਾ ਆਧਾਰ ਬਣਦੀ ਇਹ ਅਧਿਆਪਨ ਵਿਧੀਆਂ ਦਾ ਲਾਹਾ ਲਿਆ ਜਾ ਸਕਦਾ। ਜੇਕਰ ਇੱਕ ਵਿਦਿਆਰਥੀ ਹੈ, ਉਸ ਦੀ ਸੁਣਨ ਕੌਸ਼ਲ ਵਿਕਸਿਤ ਹੋ ਚੁੱਕੀ ਹੈ, ਤਾਂ ਉਹ ਅਧਿਆਪਕ ਵੱਲੋਂ ਅਪਣਾਈਆਂ ਜਾਣ ਵਾਲੀਆਂ ਵੱਖ-ਵੱਖ ਜਿਹੜੀਆਂ ਵਿਧੀਆਂ ਨੇ, ਉਹਨਾਂ ਦਾ ਲਾਹਾ ਉਹ ਲੈ ਸਕੇਗਾ। ਨਵੇਂ ਗਿਆਨ ਦੀ ਪ੍ਰਾਪਤੀ ਲਈ ਸੰਮੇਲਨ, ਵਿਚਾਰ ਗੋਸ਼ਟੀ, ਸੈਮੀਨਾਰ ਵਿੱਚ ਭਾਗ ਲੈਣਾ। ਠੀਕ ਹੈ ਜੀ, ਤਾਂ ਇਹ ਢੰਗ ਤਰੀਕੇ ਵੀ ਅਪਣਾਏ ਜਾ ਸਕਦੇ ਨੇ। ਹੋ ਸਕਦਾ ਵੀ ਕੋਈ ਬੱਚਾ ਹੈ, ਉਹ ਕੋਈ ਅੱਜ ਸੰਮੇਲਨ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਅਲੱਗ-ਅਲੱਗ ਭਾਸ਼ਣ ਦਿੱਤੇ ਜਾਣਗੇ, ਕੋਈ ਗੋਸ਼ਟੀਆਂ ਕੀਤੀਆਂ ਜਾਣਗੀਆਂ, ਵਿਚਾਰ ਵਟਾਂਦਰਾ ਹੋਏਗਾ, ਤਾਂ ਉਸ ਦੇ ਵਿੱਚ ਉਸ ਸੈਮੀਨਾਰ ਦਾ ਸਭ ਤੋਂ ਵੱਧ ਲਾਹਾ ਕੌਣ ਲੈ ਸਕੇਗਾ, ਜੋ ਕਿ ਸੁਣ ਸਕਦਾ ਹੈ, ਜਿਸ ਦੀ ਭਾਸ਼ਾ ਕੌਸ਼ਲ ਹੈ ਜਿਹੜੀ, ਹੈ ਨਾ, ਇੱਕ ਸੁਣਨ ਕੌਸ਼ਲ ਹੈ ਜਿਹੜੀ, ਉਹ ਵਿਕਸਿਤ ਹੋ ਚੁੱਕੀ ਹੈ। ਤਾਂ ਇਸ ਤਰੀਕੇ ਨਾਲ ਜਦੋਂ ਉਹ ਉੱਥੇ ਸੁਣੇਗਾ ਤਾਂ ਉਹ ਨਵਾਂ ਗਿਆਨ ਪ੍ਰਾਪਤ ਕਰ ਸਕੇਗਾ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਜੀ, ਸੁਣਨ ਅਤੇ ਸਮਝਣ ਕੌਸ਼ਲ ਦੇ ਉਦੇਸ਼ ਕੀ ਨੇ, ਤਾਂ ਇਸ ਦੇ ਓਬਜੈਕਟਸ ਕੀ ਨੇ, ਇਹ ਆਪਾਂ ਸਮਝਦੇ ਹਾਂ। ਦੇਖੋ ਜੀ, ਸੁਣ ਕੇ ਸਮਝਣਾ, ਕੋਈ ਵੀ ਚੀਜ਼ ਆਪਣੀ, ਕੋਈ ਵੀ ਧੁਨੀ ਆਪਣੇ ਕੰਨ 'ਚ ਐਂਟਰ ਕੀਤੀ, ਉਸ ਨੂੰ ਆਪਾਂ ਨੇ ਸਮਝਿਆ, ਸੁਣ ਕੇ ਸਮਝਣਾ ਇਸ ਦਾ ਉਦੇਸ਼ ਹੈ। ਸੁਣਨ ਪ੍ਰਤੀ ਰੁਚੀ ਪੈਦਾ ਕਰਨਾ, ਅਰਥ ਗ੍ਰਹਿਣ ਕਰਾਉਣਾ। ਤਾਂ ਆਪਾਂ ਕਿਸੇ ਚੀਜ਼ ਨੂੰ ਸੁਣਦੇ ਕਿਉਂ, ਤਾਂ ਕਿ ਆਪਾਂ ਉਸ ਨੂੰ ਸਮਝ ਸਕੀਏ, ਉਸ ਦੇ ਅਰਥਾਂ ਨੂੰ ਗ੍ਰਹਿਣ ਕਰ ਸਕੀਏ, ਉਸ ਦੇ ਵਿੱਚ ਆਪਣੀ ਰੁਚੀ ਪੈਦਾ ਹੋ ਸਕੇ। ਉਚਾਰਨ ਸੁਣ ਕੇ ਸ਼ੁੱਧ ਕਰਾਉਣਾ, ਬੋਲਣ ਵਾਲੇ ਖਿਡਾਉਣੇ। ਤਾਂ ਬੱਚਿਆਂ ਨੂੰ ਕੀ ਕੀਤਾ ਜਾਂਦਾ ਹੈ ਵੀ ਉਸ ਦੀ ਸੁਣਨ ਕੌਸ਼ਲ ਵਿਕਸਿਤ ਹੋ ਜਾਏਗੀ, ਤਾਂ ਉਸ ਨੂੰ ਕੁਝ ਅਜਿਹੇ ਖਿਡਾਉਣੇ ਦਿੱਤੇ ਜਾਂਦੇ ਨੇ ਜਿਹੜੇ ਬੋਲਦੇ ਨੇ, ਜਿਹਦੇ 'ਚੋਂ ਆਵਾਜ਼ ਆਉਂਦੀ ਹੈ। ਜਿਵੇਂ ਮੋਬਾਇਲ ਹੁੰਦਾ ਸੀ ਇੱਕ, ਉਹ 'ਤੇ ਸੁੱਚਾਂ ਦੱਬਦੇ ਸੀ, ਉਹ ਆਵਾਜ਼ 'ਚ ਆਉਂਦੀ ਸੀ, ਛੀਂ ਵਾਲਾ ਗੀਤ ਚੱਲਦਾ ਹੁੰਦਾ ਸੀ। ਤਾਂ ਉਹ ਕੀ ਸੀ, ਬੱਚਿਆਂ ਨੂੰ ਮਤਲਬ ਕਿ ਉਹ ਸੁਣਨਗੇ ਤਾਂ ਉਹਨਾਂ ਦੀ ਸੁਣਨ ਕੌਸ਼ਲ ਵਿਕਸਿਤ ਹੋਏਗੀ। ਫਿਰ ਜਦੋਂ ਉਹ ਸੁਣਨਗੇ ਤਾਂ ਉਸ ਦਾ ਉਹ ਉਚਾਰਨ ਵੀ ਕਰਨਗੇ, ਉਹ ਸ਼ੁੱਧ ਚੀਜ਼ ਸੁਣਨਗੇ ਤਾਂ ਉਹਨਾਂ ਦਾ ਉਚਾਰਨ ਵੀ ਸ਼ੁੱਧ ਹੋਏਗਾ। ਵਕਤਾ ਦੇ ਭਾਵ ਨੂੰ ਸਮਝਣਾ,
ਜਿਵੇਂ ਕਿ ਕਈ ਵਾਰ ਕੀ ਹੁੰਦਾ ਹੈ, ਕੋਈ ਕਹਿ ਦੇ ਅੱਜ ਮੇਰੇ ਪਿੱਛੇ ਸ਼ੇਰ ਪੈ ਗਿਆ। ਹੁਣ ਸ਼ਬਦ ਸ਼ੇਰ ਗਲਤ ਬੋਲ ਰਿਹਾ ਉਹ। ਸ਼ੇਰ ਦਾ ਅਰਥ ਹੁੰਦਾ ਕਿਲੋ, ਸ਼ੇਰ ਦਾ ਅਰਥ ਹੁੰਦਾ ਇੱਕ ਜਾਨਵਰ ਦਾ ਨਾਂ ਹੈ ਸ਼ੇਰ। ਪਰ ਜਦੋਂ ਸਾਹਮਣੇ ਵਾਲਾ ਆਪਣੀ ਇਹ ਗੱਲ ਕਹੂਗਾ ਵੀ ਅੱਜ ਮੈਂ ਜੰਗਲ ਦੇ ਵਿੱਚ ਗਿਆ ਸੀ, ਮੇਰੇ ਪਿੱਛੇ ਸ਼ੇਰ ਪੈ ਗਿਆ, ਤਾਂ ਉਹ ਬੋਲ ਉਸਨੂੰ ਸ਼ੇਰ ਰਿਹਾ ਹੈ। ਪਰ ਆਪਾਂ ਸਮਝ ਗਏ ਕਿਉਂਕਿ ਆਪਣੀ ਸੁਣਨ ਕੌਸ਼ਲ ਵਿਕਸਿਤ ਹੈ। ਆਪਾਂ ਕੀ ਸਮਝ ਗਏ ਵੀ ਇਹਦੇ ਪਿੱਛੇ ਇੱਕ ਜਾਨਵਰ ਪਿਆ ਹੋਣਾ, ਇਹਦੇ ਪਿੱਛੇ ਕਿਲੋ ਥੋੜੀ ਪਈ ਹੈ, ਉਹਦੇ ਪਿੱਛੇ ਕੀ ਹੈ, ਜਾਨਵਰ ਪਈ ਹੈ। ਤਾਂ ਉਹਨੇ ਉਚਾਰਨ ਕੀ ਕੀਤਾ, ਗਲਤ। ਮਤਲਬ ਉਸਨੇ ਸ਼ੇਰ ਕਿਹਾ, ਸ਼ੇਰ ਨੂੰ ਸ਼ੇਰ ਕਿਹਾ, ਫਿਰ ਵੀ ਆਪਾਂ ਸਮਝ ਗਏ। ਠੀਕ ਹੈ। ਕੋਈ ਦੁਕਾਨ 'ਤੇ ਜਾ ਕੇ ਕਹਿ ਦੇ ਵੀ ਮੈਨੂੰ ਸ਼ੇਰ ਖੰਡ ਦੇ ਦਿਓ, ਤਾਂ ਉਹ ਸਾਹਮਣੇ ਵਾਲਾ ਸਮਝ ਸਕਦਾ ਹੈ ਵੀ ਇਹ ਸ਼ੇਰ ਕਹਿ ਰਿਹਾ, ਵੀ 1 ਕਿਲੋ ਕਹਿ ਰਿਹਾ ਹੈ, ਉਹ ਸ਼ੇਰ ਜਾਨਵਰ ਥੋੜੀ ਕਹਿ ਰਿਹਾ ਮੈਨੂੰ ਜਾਨਵਰ ਖੰਡ ਦੇ ਦਿਓ। ਤਾਂ ਇੱਦਾਂ ਕੀ ਹੈ ਵੀ ਵਕਤਾ ਦੇ ਭਾਵ ਨੂੰ ਸਮਝਣਾ, ਫਿਰ ਹੀ ਆਪਾਂ ਕੀ ਕਹਾਂਗੇ ਵੀ ਆਪਣੀ ਜਿਹੜੀ ਸੁਣਨ ਕੌਸ਼ਲ ਹੈ, ਸਮਝਣ ਕੌਸ਼ਲ ਹੈ ਜਿਹੜੀ ਉਹ ਵਿਕਸਿਤ ਹੋਈ ਹੈ। ਜੇਕਰ ਆਪਾਂ ਵਕਤਾ ਬੋਲਣ ਵਾਲਾ ਸਾਹਮਣੇ ਆਪਣੇ ਨਾਲ ਜੋ ਗੱਲ ਕਰਨ ਵਾਲੇ ਉਸ 'ਤੇ ਆਪਾਂ ਸਹੀ ਭਾਵਾਂ ਨੂੰ ਸਮਝ ਸਕਦੇ ਹਾਂ। ਆਵਾਜ਼ ਦੇ ਉਤਰਾਅ ਚੜਾਅ ਨੂੰ ਸਮਝਣਾ, ਜਿਹੜੀ ਸੁਰ ਸੂਰ, ਜਿਵੇਂ ਸ਼ਬਦ ਹੈ ਕੋਈ ਬੋਲ ਰਿਹਾ ਹੌਲੀ ਦੇ ਨਹੀਂ, ਸੁਰ ਇਹਦਾ ਅਰਥ ਹੈ ਇੱਕ ਤਾਲ, ਸੁਰ, ਸੂਰ ਇੱਕ ਜਾਨਵਰ ਹੈ। ਇਸ ਤਰ੍ਹਾਂ ਸੁਖੀ, ਸੁਖੀ ਦਾ ਅਰਥ ਵੀ ਜਿਹਦੀ ਜ਼ਿੰਦਗੀ 'ਚ ਸੁੱਖ ਹੋਣ, ਸੁਖੀ ਕਿਸ ਦਾ ਨਾਂ ਹੋ ਸਕਦਾ। ਤਾਂ ਬੋਲਣ ਦੇ ਵਿੱਚ ਫਰਕ ਹੈ, ਸੁਰ ਸੂਰ, ਸੁਖੀ ਸੁਖੀ। ਇੱਦਾਂ ਕੀ ਹੈ, ਆਵਾਜ਼ ਦਾ ਜਿਹੜਾ ਉਤਰਾਅ ਚੜਾਅ ਹੈ ਇਸ ਨੂੰ ਸਮਝ ਲੈਣਾ, ਇਹ ਕੀ ਹੈ, ਅਸਲੀ ਸੁਣਨ ਕੌਸ਼ਲ ਦਾ ਉਦੇਸ਼ ਹੈ। ਸਾਹਿਤਕ ਜਿਹੜੀਆਂ ਰੁਚੀਆਂ ਨੇ ਉਹਨਾਂ ਨੂੰ ਵਧਾਉਣਾ, ਠੀਕ ਹੈ, ਤਾਂ ਕਿ ਸੁਣਾਂਗੇ ਆਪਾਂ ਵੱਧ ਤੋਂ ਵੱਧ ਆਪਾਂ ਸਾਹਿਤਕ ਚੀਜ਼ਾਂ ਨੂੰ ਸੁਣ ਸਕਾਂਗੇ, ਉਹਦੇ 'ਚ ਰੁਚੀ ਪੈਦਾ ਹੋ ਸਕੇਗੀ। ਬੌਧਿਕ ਵਿਕਾਸ ਕਰਨਾ, ਬੁੱਧੀ ਦਾ ਵਿਕਾਸ ਕਰਨਾ, ਇਹ ਕਹੀਏ ਸੁਣਨ ਅਤੇ ਸਮਝਣ ਕੌਸ਼ਲ ਦੇ ਉਦੇਸ਼ ਨੇ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਸੁਣਨ ਅਤੇ ਸਮਝਣ ਕੌਸ਼ਲ ਦੇ ਅਭਿਆਸ ਕਿਹੜੇ ਕਿਹੜੇ ਤਰੀਕਿਆਂ ਨਾਲ ਜਿਹੜੀ ਸੁਣਨ ਕੌਸ਼ਲ ਹੈ ਇਸ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ, ਸੁਣਨ ਕੌਸ਼ਲ ਦੇ ਜੇ ਨਿਖਾਰ ਪੈਦਾ ਕੀਤਾ ਜਾ ਸਕਦਾ ਹੈ, ਕਿਹੜੇ ਕਿਹੜੇ ਅਭਿਆਸਾਂ ਦੇ ਨਾਲ ਆਪਾਂ ਇਹ ਹੁਣ ਸਮਝਦੇ ਹਾਂ। ਦੇਖੋ ਜੀ, ਆਪਸੀ ਗੱਲਬਾਤ, ਮਤਲਬ ਕਿ ਵਿਚਾਰ ਵਟਾਂਦਰਾ ਕਰਨ ਲਈ ਕਿਹਾ ਜਾਵੇ ਵਿਦਿਆਰਥੀ ਨੂੰ, ਤਾਂ ਵਿਦਿਆਰਥੀਆਂ ਨੂੰ ਮੌਕਾ ਮਿਲੂਗਾ ਗੱਲ ਸੁਣਨ ਦਾ, ਗੱਲ ਕਹਿਣ ਦਾ, ਤਾਂ ਉਹ ਕੀ ਹੋਏਗੀ, ਉਹਨਾਂ ਦੀ ਸੁਣਨ ਅਤੇ ਸਮਝਣ ਕੌਸ਼ਲ ਵਿਕਸਿਤ ਹੋਏਗੀ। ਵਾਦ ਵਿਵਾਦ, ਪ੍ਰਸ਼ਨ ਉੱਤਰ ਵਿਧੀ, ਕਹਾਣੀ ਸੁਣਨਾ ਅਤੇ ਸੁਣਾਉਣਾ, ਉਹਨੂੰ ਕਹਿਣਾ ਵੀ ਤੂੰ ਕੁਛ ਸੁਣਾ, ਬੱਚਿਆਂ ਨੂੰ ਕਹਾਣੀ ਸੁਣਾਉਣੀ, ਉਹਨਾਂ ਨੂੰ ਕਹਿਣਾ ਵੀ ਤੁਸੀਂ ਸੁਣੋ, ਧਿਆਨ ਨਾਲ ਸੁਣੋ, ਫਿਰ ਪੁੱਛਿਓ ਕੁਛ, ਹੈ ਨਾ। ਇਸ ਤਰ੍ਹਾਂ ਉਹਨਾਂ ਦੀ ਸੁਣਨ ਕੌਸ਼ਲ ਵਿਕਸਿਤ ਹੋਏਗੀ। ਬੋਲ ਲਿਖਤ ਕੀ ਹੁੰਦਾ, ਬੱਚਿਆਂ ਨੂੰ ਕੋਈ ਸ਼ਬਦ ਬੋਲੇ ਜਾਂਦੇ ਨੇ, ਜਦੋਂ ਆਪਾਂ ਸ਼ਬਦ ਬੋਲਾਂਗੇ ਉਹ ਜੇ ਧਿਆਨ ਨਾਲ ਸੁਣਨਗੇ, ਸਮਝਣਗੇ, ਫਿਰ ਹੀ ਲਿਖ ਸਕਣਗੇ। ਤਾਂ ਜਿਹੜੀ ਬੋਲ ਲਿਖਤ ਹੈ ਇਹ ਇੱਕ ਪੋਜ਼ੀਟਿਵ ਪੁਆਇੰਟ ਹੈ ਜੋ ਕਿ ਸਾਰੀਆਂ ਕੌਸ਼ਲਾਂ ਨੂੰ ਵਿਕਸਿਤ ਕਰਦਾ ਹੈ। ਲਿਖਣ ਕੌਸ਼ਲ ਨੂੰ ਵਿਕਸਿਤ ਕਰਦਾ ਹੈ, ਸੁਣਨ ਕੌਸ਼ਲ ਨੂੰ ਵਿਕਸਿਤ ਕਰਦਾ ਹੈ ਨਾ, ਪੜ੍ਹਨ ਕੌਸ਼ਲ ਅਲੱਗ-ਅਲੱਗ ਤਰੀਕੇ ਨਾਲ। ਤਾਂ ਇਹ ਇੱਕ ਬੋਲ ਲਿਖਤ ਜਿਹੜਾ ਇੱਕ ਪੋਜ਼ੀਟਿਵ ਪੁਆਇੰਟ ਹੈ। ਇਸ ਤੋਂ ਬਾਅਦ ਹੈ ਜੀ ਉੱਚੀ ਪਾਠ ਜਾਂ ਭਾਸ਼ਣ ਸੁਣਾਉਣੀ, ਠੀਕ ਹੈ ਜੀ। ਦੇਖਣ ਸੁਣਨ ਸਮੱਗਰੀ ਦਾ ਪ੍ਰਯੋਗ ਕਰਨਾ, ਕੁਝ ਆਡੀਓ ਪਲੇਅ ਕਰਨੀ, ਬੱਚੇ ਉਸ ਨੂੰ ਸੁਣਨਗੇ ਤਾਂ ਉਹਨਾਂ ਦੀ ਜਿਹੜੀ ਸੁਣਨ ਕੌਸ਼ਲ ਉਹ ਵਿਕਸਿਤ ਹੋਏਗੀ। ਇਹਨਾਂ ਦੇ ਸਟਾਰ ਤਾਂ ਲੱਗੇ ਹੋਏ ਨੇ ਵੀ ਇਹ ਇੰਪੋਰਟੈਂਟ ਪੁਆਇੰਟ ਨੇ, ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਵੱਖ-ਵੱਖ ਕੌਸ਼ਲਾਂ ਨੂੰ ਵਿਕਸਿਤ ਕਰਦੀਆਂ ਨੇ, ਤਾਂ ਹੀ ਇਹਨਾਂ ਪੁਆਇੰਟਸ ਨੂੰ ਥੋੜ੍ਹਾ ਅਸੀਂ ਨੇ ਸਟਾਰ ਦੇ ਨਾਲ ਹਾਈਲਾਈਟ ਕੀਤਾ ਵੀ ਇੰਪੋਰਟੈਂਟ ਪੁਆਇੰਟ ਨੇ, ਅਤੇ ਇਹ ਵੱਖ-ਵੱਖ ਕੌਸ਼ਲਾਂ ਦੇ ਵਿੱਚ, ਇੱਕ ਤੋਂ ਵੱਧ ਕੌਸ਼ਲਾਂ ਦੇ ਵਿੱਚ ਇਹ ਅਭਿਆਸ ਨੇ ਜਿਹੜੇ ਉਹ ਵਰਤੇ ਜਾ ਸਕਦੇ ਨੇ। ਇਸ ਤੋਂ ਬਾਅਦ ਹੈ ਜੀ ਗ੍ਰਾਮੋਫੋਨ। ਗ੍ਰਾਮੋਫੋਨ ਕੀ ਹੈ, ਇੱਕ ਇਸ ਦੇ 'ਚ ਰਿਕਾਰਡਿੰਗ ਹੁੰਦੀ ਹੈ, ਤਾਂ ਉਸ ਰਿਕਾਰਡਿੰਗ ਨੂੰ ਸੁਣਿਆ ਜਾਂਦਾ ਹੈ, ਉਸ ਦੇ 'ਚ ਗੀਤ ਭਰੇ ਜਾ ਸਕਦੇ ਨੇ, ਕਵਿਤਾਵਾਂ ਰਿਕਾਰਡ ਕੀਤੀਆਂ ਜਾ ਸਕਦੀਆਂ ਨੇ, ਉਹਨਾਂ ਨੂੰ ਸੁਣਾਉਣਾ ਬੱਚਿਆਂ ਨੂੰ, ਠੀਕ ਹੈ। ਤਾਂ ਗ੍ਰਾਮੋਫੋਨ ਇਹ ਕੀ ਇੱਕ ਦੇਖਣ ਸੁਣਨ ਸਮੱਗਰੀ ਦਾ ਪ੍ਰਯੋਗ, ਇਹਨਾਂ ਸਮੱਗਰੀ ਦਾ ਪ੍ਰਯੋਗ ਕਰ ਸਕਦੇ ਜਿਵੇਂ ਗ੍ਰਾਮੋਫੋਨ, ਰੇਡੀਓ, TV, ਟੇਪ ਰਿਕਾਰਡਰ, ਠੀਕ ਹੈ ਜੀ, ਇਹਨਾਂ ਸਭ ਦਾ। ਚਲਚਿੱਤਰ ਯਾਨੀ ਕਿ ਸਿਨੇਮਾ, ਹੁਣ ਜਿਵੇਂ ਸਿਨੇਮਾ ਹੈ ਇਹਦੇ 'ਚ ਦ੍ਰਿਸ਼ ਵੀ ਹੈ, ਆਵਾਜ਼ ਵੀ ਹੈ, ਠੀਕ ਹੈ। ਉਸ ਦੀ ਮਤਲਬ ਕਿ ਜਦੋਂ ਉਹ ਸੁਣੂਗਾ ਸਮਝੂਗਾ ਤਾਂ ਉਸ ਦੀ ਇਹ ਕੌਸ਼ਲ ਵਿਕਸਿਤ ਹੋਏਗੀ। ਬਲੂਟੁੱਥ MP3 ਹੁੰਦੇ ਨੇ, ਬਲੂਟੁੱਥ ਅਟੈਚ ਹੋ ਜਾਂਦੇ ਮੋਬਾਈਲ ਨਾਲ, ਤਾਂ ਉਸ 'ਤੇ ਆਪਾਂ ਕੁਛ ਪਲੇਅ ਕਰ ਸਕਦੇ ਹਾਂ ਬੱਚਿਆਂ ਨੂੰ ਸੁਣਾਉਣ ਦੇ ਲਈ, ਠੀਕ ਹੈ ਜੀ। ਤਾਂ ਇਸ ਤੋਂ ਬਿਨਾਂ ਲਿੰਗਵਾ ਫੋਨ ਅਤੇ ਹੋਰ ਤਰੀਕੇ। ਟੈਲੀਫੋਨ ਦੀ ਵਰਤੋਂ, ਟੈਲੀਫੋਨ 'ਤੇ ਕਿੰਨੀ ਕਲੀਅਰਿਟੀ ਨਾਲ ਬੱਚਾ ਸੁਣ ਰਿਹਾ, ਸਮਝ ਰਿਹਾ, ਇਸ ਚੀਜ਼ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ। ਬੋਲਦੇ ਹੋਏ ਖਿਡੌਣੇ ਪੇਸ਼ ਕੀਤੇ ਜਾ ਸਕਦੇ ਨੇ, ਕੋਈ ਘਟਨਾਵਾਂ ਦੇ ਵੇਰਵੇ ਪੁੱਛੇ ਜਾ ਸਕਦੇ ਨੇ, ਵਿਦਿਆਰਥੀ ਨੂੰ ਪੁੱਛਿਆ ਜਾ ਸਕਦਾ ਹੈ ਉਸ ਦੀ, ਜੇਕਰ ਆਪਾਂ ਨੇ ਸੁਣਨ ਅਤੇ ਸਮਝਣ ਕੌਸ਼ਲ ਨੂੰ ਪਰਖਣਾ ਵੀ ਤੂੰ ਫਲਾਣੀ ਥਾਂ 'ਤੇ ਗਿਆ ਸੀ, ਉੱਥੇ ਇਹ ਗੀਤ ਪਲੇਅ ਹੋ ਰਿਹਾ ਸੀ, ਤੂੰ ਉਹ ਪੂਰੀ ਘਟਨਾ ਦੱਸ, ਤਾਂ ਉਹਨੇ ਸੁਣਿਆ, ਸਮਝਿਆ, ਕਿੰਨਾ ਕੁ ਵਧੀਆ ਤਰੀਕੇ ਨਾਲ ਸਮਝੇ ਇਸ ਚੀਜ਼ ਨੂੰ, ਇੱਕ ਘਟਨਾਵਾਂ ਦੇ ਪੂਰੇ ਵੇਰਵੇ ਦੇ ਰਾਹੀਂ ਸਮਝਿਆ ਜਾ ਸਕਦਾ ਹੈ। ਨਿਰਦੇਸ਼ ਦਿੱਤੇ ਜਾ ਸਕਦੇ ਨੇ, ਲਤੀਫੇ ਸੁਣਾਏ ਜਾ ਸਕਦੇ ਨੇ, ਕੋਈ ਚੁਟਕਲਾ ਸੁਣਾਇਆ, ਜਿਹੜੇ ਬੱਚਿਆਂ ਨੇ ਉਹਨੂੰ ਧਿਆਨ ਨਾਲ ਸੁਣਿਆ ਅਤੇ ਸਮਝਿਆ ਉਹ ਹੱਸਣਗੇ। ਕੋਈ ਉਹਨਾਂ ਨੂੰ ਚੁਟਕਲੇ ਸੁਣਾਓ, ਲਤੀਫੇ ਸੁਣਾਓ, ਗੱਲਬਾਤ ਸੁਣਾਓ, ਠੀਕ ਹੈ, ਤਾਂ ਉਹ ਸੁਣਨਗੇ, ਸਮਝਣਗੇ, ਤਾਂ ਉਹਨਾਂ ਦੀ ਕੌਸ਼ਲ ਇਹ ਵਿਕਸਿਤ ਹੋਏਗੀ। ਹੋ ਸਕਦਾ ਕਿਸੇ ਨੂੰ ਚੁਟਕਲੇ 'ਤੇ ਹਾਸਾ ਨਾ ਆਏ, ਇਹਦਾ ਮਤਲਬ ਉਹਨੇ ਧਿਆਨ ਨਾਲ ਸੁਣੇ ਹੀ ਨਹੀਂ, ਉਹਨੇ ਉਸ ਨੂੰ ਸਮਝੇ ਹੀ ਨਹੀਂ, ਹੈ ਨਾ। ਇਸ ਤਰੀਕੇ ਨਾਲ ਨਿਰਦੇਸ਼ ਦਿੱਤੇ ਜਾ ਸਕਦੇ ਨੇ, ਵੱਖ-ਵੱਖ ਨਿਰਦੇਸ਼। ਤਾਂ ਇਸ ਤਰੀਕੇ ਨਾਲ ਇਹ ਵੱਖ-ਵੱਖ ਅਭਿਆਸ ਨੇ ਜਿਨ੍ਹਾਂ ਦੀ ਵਰਤੋਂ ਅਸੀਂ ਕਰ ਸਕਦੇ ਹਾਂ।
ਇਸ ਤੋਂ ਬਾਅਦ ਜੋ ਦੂਸਰੀ ਕੌਸ਼ਲ ਹੈ ਇਹ ਆਪਾਂ ਨੈਕਸਟ ਕਲਾਸ ਦੇ ਵਿੱਚ ਸਮਝਾਂਗੇ। ਤਾਂ ਇਸ ਕਲਾਸ ਦੇ ਵਿੱਚ ਅੱਜ ਅਸੀਂ ਨੇ ਸੁਣਨ ਤੇ ਸਮਝਣ ਕੌਸ਼ਲ ਨੂੰ ਪੂਰਾ ਡਿਟੇਲ ਦੇ ਵਿੱਚ ਸਮਝ ਲਿਆ। ਠੀਕ ਹੈ ਜੀ, ਇਹ ਇੱਕ ਇੰਪੋਰਟੈਂਟ ਕੌਸ਼ਲ ਸੀ। ਪਹਿਲੀ ਕੌਸ਼ਲ ਹੈ ਜਿਸ ਨੂੰ ਆਪਾਂ ਕਹਾਂਗੇ, ਦੂਸਰੀ ਕੌਸ਼ਲ ਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਮਝਾਂਗੇ। ਥੈਂਕ ਯੂ ਸੋ ਮੱਚ।